श्री राग महला पंजवा। कार छेवा। करन कारण एक ओही, जिन किया आकार। तिस है त्यावहो मन मेरे, सर्ब को आधार। करन कारण एक ओही, जिन किया आकार। तिस है त्यावहो मन मेरे, सर्ब को आधार। गुर के चरण मन मह त्याए, छोड़ सगल सियानपा। साच शब्द लेव लाए, रहाओ दुख क्लेश ना पाओ व्यापै। गुर मंत्र हृदय होए, कोट जतना कार रहे। गुर बिन तरयो ना कोय, देख दर्शन मन साधारै। पाप सगले जाहे, हाओ तिनकै बलिहारण। जे गुर की पैरी पाहे, साध संगत मन वसै। साच हर का नाम, से वड भागी नानका। जिना मन एहो पाओ, साध संगत मन वसै। साच हर का से वड भागी नानका। जिना मान एह पाओ, वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु, चावर तखत छतर दे मालक,
ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਬੇਅੰਤ ਖੰਡਾਂ ਬ੍ਰਹਮੰਡਾਂ ਦੇ ਸਿਰਜਣਹਾਰ। ਧੰਨ ਧੰਨ ਸਾਹਿਬ ਸਤਿਗੁਰੂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਦੇਗ ਤੇਗ ਦੇ ਧਣੀ ਮਰਦ ਅਗੰਮੜੇ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪ ਜੀ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜਿਨ੍ਹਾਂ ਤੇ ਸਾਹਿਬਾਂ ਨੇ ਕਿਰਪਾ ਕੀਤੀ, ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਦਿਆਂ ਜੀਵਨ ਦੀਆਂ ਘੜੀਆਂ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਡੇ ਕਲਯੁਗੀ ਜੀਵਾਂ ਦੇ ਭਲੇ ਹੇਤ ਸਮੁੱਚੀ ਸ੍ਰਿਸ਼ਟੀ ਲੁਕਾਈ ਮਾਨਵਤਾ ਮਨੁੱਖਤਾ ਦੀ ਕਲਿਆਣ ਕਰਨ ਵਾਲਾ ਪਾਵਨ ਮੁਬਾਰਕ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖ ਮੰਡਲ ਰਸਨਾ ਦੁਆਰਾ ਉਚਾਰਨ ਕਰਕੇ ਬਖਸ਼ਿਸ਼ ਕੀਤਾ ਹੈ। ਉਪਦੇਸ਼ ਦੀ ਵਿਚਾਰ ਤੋਂ ਪਹਿਲਾਂ ਮਨ ਬਿਰਤੀ ਸੁਰਤੀ ਦੀ ਇਕਾਗਰਤਾ ਮਨ ਦੀ ਪਵਿੱਤਰਤਾ ਦੇ ਲਈ ਮਨ ਦੇ ਠਹਿਰਾਅ ਵਾਸਤੇ ਰਸਨਾ ਦੀ ਪਵਿੱਤਰਤਾ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਸਾਰੇ ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਅੱਜ ਦੇ ਉਪਦੇਸ਼ ਅੰਦਰ ਸਾਹਿਬਾਂ ਨੇ ਗੁਰੂ ਦੇ ਮੰਤਰ ਦਾ ਜ਼ਿਕਰ ਕੀਤਾ ਹੈ। ਗੁਰੂ ਦਾ ਮੰਤਰ ਹੈ ਵਾਹਿਗੁਰੂ ਮੰਤਰ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਹੋਰ ਕੋਈ ਮੰਤਰ ਨਹੀਂ ਜਿਹਦੇ ਨਾਲ ਹਉਮੈ ਖਤਮ ਹੁੰਦੀ ਹੋਵੇ, ਸਗੋਂ ਬਹੁਤ ਸਾਰੇ ਮੰਤਰ ਜਿਨ੍ਹਾਂ ਨੂੰ ਜਪਣ ਨਾਲ ਹਉਮੈ ਵੱਧ ਜਾਂਦੀ ਹੈ ਕਿ ਇੰਨਾ ਜਪਿਆ ਹੈ, ਇੰਨੀ ਵਾਰੀ ਜਪਿਆ, ਇੰਨਾ ਭਾਰੀ ਜਪਿਆ। ਕੇਵਲ ਵਾਹਿਗੁਰੂ ਮੰਤਰ ਹੈ ਜਿਸ ਨੂੰ ਜਪਣ ਨਾਲ ਹਉਮੈ ਮੁੱਕ ਜਾਂਦੀ, ਖਤਮ ਹੋ ਜਾਂਦੀ ਹੈ। ਸੋ ਬਾਣੀ ਦੇ ਅੰਦਰ ਜੋ ਇਹ ਪਾਵਨ ਉਪਦੇਸ਼ ਅੱਜ ਦਿੱਤਾ ਹੈ ਗੁਰਮੰਤਰ ਬਾਰੇ,
ਇਸ ਦੀ ਵੀ ਵਿਚਾਰ ਕਰਾਂਗੇ ਸਾਰੇ ਮਿਲ ਕੇ। ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਜਪੀਏ। ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਘਰ ਛੇਵਾ। ਕਰਨ ਕਾਰਨ ਏਕ ਓਹੀ, ਜਿਨ ਕੀਆ ਆਕਾਰ। ਸ੍ਰੀ ਰਾਗ, ਰਾਗ ਦਾ ਨਾਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਥਮ ਰਾਗ, ਪਹਿਲਾ ਰਾਗ ਸ਼੍ਰੋਮਣੀ ਰਾਗ। ਰਾਗਾਂ ਵਿੱਚ ਸ੍ਰੀ ਰਾਗ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਸ੍ਰੀ ਰਾਗ। ਮਹੱਲਾ ਦਾ ਅਰਥ ਹੈ ਸਰੂਪ। ਪੰਚਮ ਪਾਤਸ਼ਾਹ, ਪੰਜਵਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਘਰ ਦਾ ਅਰਥ ਹੈ ਤਾਲ। ਜਿੱਥੇ ਰਾਗ ਹੈ ਉੱਥੇ ਨਾਲ, ਗੁਰੂ ਘਰ ਵਿੱਚ ਤਾਲ ਵੀ ਬੜਾ ਨੇੜੇ ਦਾ ਡੂੰਘਾ ਸੰਬੰਧ ਰਾਗ ਨਾਲ ਰੱਖਦਾ ਹੈ। ਤਾਲ ਕਿਹੜਾ ਹੈ? ਛੇਵਾਂ। ਇੱਕ ਘਰ ਦੀਆਂ 3 ਮਾਤਰਾ ਵਿਦਵਾਨ ਮੰਨਦੇ ਹਨ। ਸੋ ਇਸ ਤਰ੍ਹਾਂ 6 ਦੀਆਂ 18 ਮਾਤਰਾ ਦੇ ਵਿੱਚ ਤਬਲੇ ਦੀਆਂ ਹੋਣ, ਮਿਰਦੰਗ ਦੀਆਂ ਹੋਣ, ਢੋਲਕੀ ਦੀਆਂ। ਸੋ ਉਹ ਸੱਜਣ ਜਾਣਦੇ ਹਨ ਜਿਹੜੇ ਤਾਲ ਦੇ ਮਾਹਿਰ ਹਨ, ਤਾਲ ਦੀ ਸੋਝੀ ਰੱਖਦੇ ਹਨ, ਤਾਲ ਬਾਰੇ ਜਾਣਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੁੱਲ 17 ਘਰਾਂ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ। ਇਹ ਸ੍ਰੀ ਰਾਗ, ਰਾਗ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਹਿਲਾ ਸ਼ਬਦ ਹੈ, ਜੋ 6ਵੇਂ ਘਰ ਸੁਰ ਤਾਲ ਦੇ ਅੰਦਰ ਸਾਹਿਬਾਂ ਨੇ ਉਚਾਰਨ ਕੀਤਾ ਹੈ। ਇਸ ਸ਼ਬਦ ਦੀ ਜਿਹੜੀ ਉਥਾਨਕਾ ਹੈ ਉਹ ਇਸ ਪ੍ਰਕਾਰ ਹੈ ਕਿ ਇੱਕ ਦਿਨ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰਸਿੱਖ ਪਿਆਰਿਆਂ ਜਗਿਆਸੂਆਂ ਨੇ ਬੇਨਤੀ ਕੀਤੀ, ਮਹਾਰਾਜ ਜੋ ਸ੍ਰਿਸ਼ਟੀ ਰਚਨਾ ਹੈ, ਇਸ ਦੇ ਸੰਬੰਧ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਰਹਿਬਰ ਵਿਦਵਾਨ ਆਪਣੀ ਆਪਣੀ ਰਾਏ, ਆਪਣੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਕੋਈ ਆਖਦਾ ਹੈ ਕਿ ਜਿੰਨੀ ਰਚਨਾ ਹੋਈ ਹੈ ਅਣੂਆਂ ਤੋਂ ਬਣੀ, ਜਿੰਨੇ ਵੀ ਛੋਟੇ-ਛੋਟੇ ਅਣੂ ਹਨ ਉਹ ਮਿਲ ਕੇ ਸ੍ਰਿਸ਼ਟੀ ਬਣੇ ਹਨ। ਕੋਈ ਕਹਿੰਦਾ ਹੈ ਸਾਰੀ ਰਚਨਾ ਕਾਲ ਤੋਂ ਹੋਈ ਹੈ। ਕੋਈ ਕਹਿੰਦਾ ਨਹੀਂ, ਅਗਿਆਨ ਤੋਂ ਸਾਰੀ ਰਚਨਾ ਬਣੀ ਹੈ। ਗਿਆਨ ਹੋ ਜੇ ਤੇ ਕੋਈ ਰਚਨਾ ਨਹੀਂ ਹੈ, ਸਭ ਕੁਛ ਹੀ ਖਤਮ ਹੈ। ਇਹ ਸਾਰੀ ਰਚਨਾ ਅਗਿਆਨ ਤੋਂ ਪੈਦਾ ਹੋਈ ਹੈ। ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ ਆਪਣੇ ਆਪਣੇ ਵਿਚਾਰ ਪ੍ਰਗਟ ਕਰਦਾ। ਵਿਗਿਆਨੀ ਕਹਿੰਦੇ ਬੜਾ ਵੱਡਾ ਧਮਾਕਾ ਹੋਇਆ ਸੀ, ਕੰਨ ਪਾਟਵੀਂ ਆਵਾਜ਼ ਹੋਈ, ਫਿਰ ਇਹ ਸਾਰੀ ਸ੍ਰਿਸ਼ਟੀ ਖੰਡ ਬ੍ਰਹਿਮੰਡ ਹੋਂਦ ਵਿੱਚ ਆ ਗਏ।
ਗੁਰਮਤਿ ਦਾ ਜੋ ਸਿਧਾਂਤ, ਜੋ ਨਜ਼ਰੀਆ ਹੈ, ਉਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਸੰਕਲਪ ਤੋਂ, ਆਪਣੇ ਫੁਰਨੇ ਤੋਂ, ਆਪਣੀ ਮਰਜ਼ੀ ਤੋਂ, ਆਪਣੀ ਇੱਛਾ ਤੋਂ, ਆਪਣੇ ਬਚਨ ਤੋਂ, ਓਅੰਕਾਰ ਦੀ ਧੁਨੀ ਤੋਂ ਇਹ ਸਾਰੀ ਰਚਨਾ, ਖੰਡ, ਬ੍ਰਹਿਮੰਡ, ਇਹ ਸਾਰੇ ਹੋਂਦ ਵਿੱਚ ਆ ਗਏ। ਜਪਜੀ ਸਾਹਿਬ ਜੀ ਦੇ ਅੰਦਰ ਸਾਹਿਬਾਂ ਦੱਸ ਦਿੱਤਾ, ਕੀਤਾ ਪਸਾਓ। ਕੀਤਾ ਦਾ ਅਰਥ ਹੈ ਕਰ ਦਿੱਤਾ, ਪਸਾਓ ਦਾ ਅਰਥ ਹੁੰਦਾ ਪਸਾਰਾ। ਆਹ ਸਾਰੀ ਰਚਨਾ ਕਿਵੇਂ ਕੀਤਾ? ਕੀਤਾ ਪਸਾਓ ਏਕੋ ਕਵਾਓ। ਕਵਾਓ ਹੁੰਦਾ ਬਚਨ, ਆਵਾਜ਼, ਸ਼ਬਦ। ਸਾਹਿਬ ਕਹਿੰਦੇ ਸਾਰਾ ਪਸਾਰਾ ਸ਼ਬਦ ਤੋਂ ਹੋਇਆ। ਵਿਗਿਆਨੀ ਵੀ ਇਸੇ ਚੀਜ਼ ਨੂੰ ਹੀ ਅੱਗੇ ਜਾ ਕੇ ਵਿਆਖਿਆ ਕਰਦੇ, ਮੰਨਦੇ ਕਿ ਆਵਾਜ਼ ਹੋਈ ਸੀ ਜਦੋਂ ਇਹ ਸਭ ਕੁਝ ਬਣਿਆ। ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਮੇਂ ਕੋਈ ਯੰਤਰ ਨਹੀਂ ਸੀ, ਕੋਈ ਇਸੇ ਤਰ੍ਹਾਂ ਕੋਈ ਵੇਖਿਆ ਜਾ ਸਕਦਾ, ਕੋਈ ਮਾਈਕਰੋਸਕੋਪ ਵਰਗੀ ਕੋਈ ਵਸਤੂ ਹੋਵੇ ਜਿਨ੍ਹਾਂ ਬ੍ਰਹਿਮੰਡ ਵੇਖੇ ਜਾ ਸਕਦੇ, ਛੋਟੀਆਂ ਛੋਟੀਆਂ ਵਸਤੂਆਂ ਨੂੰ ਵੇਖਿਆ ਜਾ ਸਕਦਾ। ਸਾਹਿਬਾਂ ਨੇ ਆਪਣੇ ਅਨੁਭਵ ਦੁਆਰਾ, ਦਿਵ ਦ੍ਰਿਸ਼ਟੇ ਨੇਤਰਾਂ ਦੁਆਰਾ ਜੋ ਤੱਕਿਆ, ਉਸ ਸੰਸਾਰ ਨੂੰ ਦੱਸਿਆ। ਜਦੋਂ ਵਿਦਵਾਨਾਂ ਨੇ, ਜਗਿਆਸੂਆਂ ਨੇ, ਯੋਗੀਆਂ ਨੇ, ਹੋਰ ਮਹਾਂਪੁਰਸ਼ਾਂ ਨੇ ਪੁੱਛਿਆ, ਮਹਾਰਾਜ ਤੁਹਾਡਾ ਕੀ ਖਿਆਲ ਹੈ, ਤੁਸੀਂ ਸਾਨੂੰ ਦੱਸੋ, ਤਾਂ ਸਾਹਿਬਾਂ ਗੱਲ ਹੀ ਮੁਕਾ ਦਿੱਤੀ ਕਿ ਅੰਦਾਜ਼ੇ ਜਿੰਨੇ ਮਰਜ਼ੀ ਲਾ ਲਓ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ। ਉਹ ਆਪ ਜਾਣਦਾ ਕਦੋਂ ਸਾਜੀ। ਕੋਈ ਕਹਿੰਦਾ ਜੀ 5000 ਕਰੋੜ, ਕੋਈ ਕਹਿੰਦਾ 10,000 ਕਰੋੜ, ਜਦੋਂ ਕੋਈ ਹੈ ਹੀ ਨਹੀਂ ਸੀ। ਇਹ ਅੰਦਾਜ਼ੇ, ਇਹ ਕਿਆਫੇ ਹਨ। ਸੋ ਅੰਦਾਜ਼ਾ ਕੋਈ ਵੀ ਲਾ ਸਕਦਾ ਹੈ, ਕਿਸੇ ਦੇ ਮਨ ਦਾ ਕੋਈ ਖਿਆਲ ਹੋ ਸਕਦਾ ਹੈ, ਆਪਣੇ ਆਪਣੇ ਖਿਆਲ ਹਨ। ਪਰ ਇਹ ਸ੍ਰਿਸ਼ਟੀ ਕਿਸ ਨੇ ਰਚੀ ਹੈ, ਇਹ ਸਾਰੇ ਆਕਾਰ ਕਿਵੇਂ ਬਣੇ, ਇਹ ਪਹਿਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵਰਣਨ ਕੀਤਾ ਹੈ। ਕਰਨ ਕਾਰਨ ਏਕ ਉਹੀ। ਸੋ ਕਰਨ ਜਿੰਨੀ ਆ ਸ੍ਰਿਸ਼ਟੀ ਇਹ ਵਾਹਿਗੁਰੂ ਦਾ ਕਰਨ ਹੈ। ਇਸ ਕਰਨ ਦਾ ਕਾਰਨ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਦੋ ਤਰ੍ਹਾਂ ਦੇ ਕਾਰਨ ਹੁੰਦੇ ਹਨ, ਇੱਕ ਨਿਮਿਤ ਕਾਰਨ ਹੁੰਦਾ, ਇੱਕ ਉਪਾਦਾਨ ਕਾਰਨ ਹੁੰਦਾ ਹੈ। ਦੋ ਕਾਰਨਾਂ ਤੋਂ ਬਿਨਾਂ ਕਦੀ ਕੋਈ ਰਚਨਾ ਨਹੀਂ ਹੁੰਦੀ। ਮਸਲਨ ਜਿਵੇਂ ਸੋਨੇ ਦਾ ਗਹਿਣਾ ਹੈ, ਜਾਂ ਕੋਈ ਮਿੱਟੀ ਦਾ ਭਾਂਡਾ, ਜਾਂ ਕੋਈ ਮਕਾਨ ਹੀ ਲਾ ਲਓ, ਪਹਿਲਾਂ ਉਹਦੇ ਵਾਸਤੇ ਕੋਈ ਸਮਾਨ ਤਾਂ ਚਾਹੀਦਾ ਨਾ। ਹੁਣ ਸੋਨੇ ਦਾ ਕੋਈ ਗਹਿਣਾ ਘੜਨਾ, ਉਹਦੇ ਵਾਸਤੇ ਸੋਨਾ ਹਾਜ਼ਰ ਚਾਹੀਦਾ ਹੈ, ਸੋਨੇ ਨੂੰ ਤਾ ਦਿੱਤਾ ਹੋਵੇ, ਸੋਨਾ ਸ਼ੁੱਧ ਹੋਵੇ। ਕੋਈ ਮਿੱਟੀ ਦਾ ਭਾਂਡਾ ਬਣਾਉਣਾ, ਕੋਈ ਬਰਤਨ ਤਿਆਰ ਕਰਨਾ, ਉਹਦੇ ਵਾਸਤੇ ਮਿੱਟੀ ਚਾਹੀਦੀ ਹੈ, ਘੁਮਿਆਰ ਚਾਹੀਦਾ ਹੈ। ਸੋਨੇ ਦਾ ਗਹਿਣਾ ਬਣਾਉਣ ਵਾਸਤੇ ਸੁਨਿਆਰ ਚਾਹੀਦਾ ਹੈ, ਲੋਹੇ ਦੀ ਘਾੜਤ ਕਰਨ ਵਾਸਤੇ ਲੋਹਾਰ ਚਾਹੀਦਾ। ਇਹ ਜਿੰਨਾ ਕੁਛ ਵੀ ਹੈ, ਮਿੱਟੀ ਤੇ ਘੜਾ, ਸੋਨਾ ਤੇ ਸੋਨੇ ਦਾ ਗਹਿਣਾ, ਇਹਨੂੰ ਕਹਿੰਦੇ ਨੇ ਉਪਾਦਾਨ ਕਾਰਨ। ਤੇ ਜਿਹੜਾ ਘੁਮਿਆਰ ਜਾਂ ਸੁਨਿਆਰਾ ਹੈ, ਇਹਨੂੰ ਕਹਿੰਦੇ ਨੇ ਨਿਮਿਤ ਕਾਰਨ। ਨਿਮਿਤ ਦਾ ਅਰਥ ਹੁੰਦਾ ਹੈ ਜਿਹੜਾ ਉਹਦਾ ਕਾਰਨ ਬਣਦਾ ਹੈ, ਜਿਹੜਾ ਆਪ ਸਾਜਦਾ ਹੈ। ਸ੍ਰਿਸ਼ਟੀ ਦੇ ਸੰਬੰਧ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਪਾਦਾਨ ਕਾਰਨ ਵੀ ਆਪ ਹੈ ਤੇ ਨਿਮਿਤ ਕਾਰਨ ਵੀ ਆਪ ਹੈ। ਉਹਨੇ ਆਪ ਹੀ ਇਹ ਸਾਰੀ ਰਚਨਾ ਰਚੀ ਹੈ, ਆਪੇ ਹੀ ਪੰਜ ਤੱਤ ਪੈਦਾ ਕੀਤੇ। ਪੰਜ ਤੱਤ ਕਰ ਤੁਧ ਸਿੱਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਹੈ ਕੋਈ ਐਸਾ? ਅੱਜ ਤੱਕ ਕੋਈ ਨਹੀਂ ਪੈਦਾ ਹੋ ਸਕਿਆ ਕਿ ਕੋਈ ਛੇਵਾਂ ਤੱਤ ਬਣਾ ਸਕੇ। ਸਾਰੀ ਰਚਨਾ ਉਸਨੇ ਪੰਜਾਂ ਤੱਤਾਂ ਤੋਂ ਪੈਦਾ ਕੀਤੀ ਹੈ। ਕਰਨ ਵਾਲਾ ਵੀ ਉਹੀ ਹੈ। ਹੁਣ ਘੜਾ ਤਾਂ ਤਿਆਰ ਕਰ ਦਿੱਤਾ, ਪਰ ਘੜੇ ਦੇ ਵਿੱਚ ਜਿਹੜਾ ਘੜੇ ਨੂੰ ਤਿਆਰ ਕਰਨ ਵਾਲਾ ਘੁਮਿਆਰ ਹੈ, ਉਹ ਵਿੱਚ ਮੌਜੂਦ ਨਹੀਂ ਹੈ। ਘੜਾ ਕਿਤੇ ਪਿਆ, ਕੋਈ ਵਰਤੀ ਜਾ ਰਿਹਾ ਹੈ, ਪਰ ਜਿਹੜੀ ਸ੍ਰਿਸ਼ਟੀ ਰਚਨਾ ਹੈ, ਇਹਦੇ ਵਿੱਚ ਕਰਤਾ ਮੌਜੂਦ ਹੈ। ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਜ਼ਰਰੇ ਜ਼ਰਰੇ ਦੇ ਵਿੱਚ ਮੌਜੂਦ ਹੈ। ਨਿੱਕੀ ਸ਼ੈ ਤੋਂ ਲੈ ਕੇ ਵੱਡੀ ਤੱਕ ਸਾਰਿਆਂ ਵਿੱਚ, ਭਾਵੇਂ ਉਹ ਛਾਇਆ ਜਿੰਦ ਹੋਣ, ਭਾਵੇਂ ਨਿਰਜਿੰਦ ਹੋਣ, ਉਹਨਾਂ ਸਾਰਿਆਂ ਦੇ ਵਿੱਚ ਹੀ ਉਸਨੇ ਆਪਣਾ ਆਪਾ ਰੱਖਿਆ ਹੈ। ਸੋ ਇਸ ਵਾਸਤੇ ਸਾਹਿਬ ਕਹਿ ਰਹੇ ਨੇ, ਕਰਨ ਕਾਰਨ ਏਕ ਹੋਈ। ਸੁਖਮਨੀ ਸਾਹਿਬ ਜੀ ਦੇ ਅੰਦਰ ਇਸ ਬਚਨ ਨੂੰ ਸਾਹਿਬਾਂ ਨੇ ਹੋਰ ਖੋਲਿਆ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਅਲ ਸੋਏ। ਸਾਰੇ ਕਾਰਨਾਂ ਨੂੰ ਕਰਨ ਵਾਲਾ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤੇ ਨਾਲ ਦੱਸ ਦਿੱਤਾ ਹੈ ਕਿ ਦੂਸਰ ਨਾਹੀ,
ਦੂਜਾ ਕੋਈ ਭਾਈ ਹੋਰ ਨਹੀਂ ਹੈ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਜੋ ਤੂੰ ਕਰਤਾ ਪੁਰਖ ਕਰਦਾ ਹੈ ਉਹੀ ਹੁੰਦਾ ਹੈ। ਇਸੇ ਤਰ੍ਹਾਂ ਦਾ ਹੀ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ 52 ਅੱਖਰੀ ਵਿੱਚ ਉਚਾਰਨ ਕੀਤਾ। ਆਪੇ ਕੀਆ ਕਰਾਇਆ ਆਪੇ ਕਰਨੇ ਜੋਗ, ਨਾਨਕ ਏਕੋ ਰਵ ਰਹਾ ਦੂਸਰ ਹੋਆ ਨਾ ਹੋ। ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ, ਵਿਆਪਕ ਹੋ ਰਿਹਾ। ਨਾ ਦੂਜਾ ਉਹਦੇ ਵਰਗਾ ਕਦੇ ਸੀ ਤੇ ਨਾ ਹੈ ਨਾ ਹੋਵੇਗਾ। ਆਪੇ ਕੀਆ ਕਰਾਇਆ, ਆਪੇ ਸਾਰੀ ਰਚਨਾ ਰਚੀ ਹੈ, ਆਪੇ ਜੀਵਾਂ ਦੇ ਕੋਲੋਂ ਸਭ ਕੁਝ ਕਰਾਉਂਦਾ ਹੈ। ਸੋ ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਹੈਗੇ ਨੇ 5-7, ਜਿਵੇਂ ਸਨਾਤਨ ਮਤ ਵਿੱਚ 3 ਕਹਿ ਜਾਂਦੇ ਜੀ। 3 ਨੇ, ਇੱਕ ਸ੍ਰਿਸ਼ਟੀ ਨੂੰ ਰਾਚਦਾ ਹੈ, ਇੱਕ ਪਾਲਦਾ ਤੇ ਇੱਕ ਲੈਤਾ ਕਰਦਾ। ਗੁਰੂ ਸਾਹਿਬ ਕਹਿੰਦੇ ਏਕ ਉਹੀ ਇੱਕੋ ਹੀ ਹੈ। ਅੱਗੇ ਜਾ ਕੇ ਮਾਝ ਰਾਗ ਵਿੱਚ ਇੱਕ ਬਚਨ ਆਵੇਗਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ। ਪਰੰਦੇ ਨਾ ਗਿਰਾਹ ਜਾਰ ਦਰਖਤ ਆਵੇ ਆਸ ਕਰ, ਏਕ ਤੋਹੀ ਏਕ ਤੋਹੀ। ਕਲਗੀਧਰ ਪਾਤਸ਼ਾਹ ਅਕਾਲ ਉਸਤਤ 'ਚ ਕਹਿੰਦੇ ਨੇ ਤੋਹੀ 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 ਤੋਹੀ। 16 ਵਾਰੀ ਸਾਹਿਬਾਂ ਨੇ ਬਚਨ ਉਚਾਰਨ ਕੀਤਾ ਕਿ ਇੱਕੋ ਉਹੀ ਹੈ। ਏਕ ਉਹੀ, ਉਹ ਇੱਕੋ ਹੀ ਹੈ। ਇੱਕੋ ਹੈ ਭਾਈ, ਇੱਕੋ ਹੈ, ਸਾਰੇ ਥਾਵਾਂ ਤੇ ਇੱਕੋ ਹੀ ਵਿਆਪਕ ਹੈ। ਸਾਹਿਬ ਮੇਰਾ ਇੱਕੋ ਹੈ। ਏਕ ਉਹੀ ਇੱਕੋ ਹੀ ਹੈ ਭਾਈ। ਉਹ ਜਿਨ ਕੀਆ ਆਕਾਰ, ਆਕਾਰ ਦਾ ਅਖਰੀ ਅਰਥ ਹੁੰਦਾ ਸ਼ਕਲਾਂ। ਜਿੰਨੀਆਂ ਸ਼ਕਲਾਂ ਨੇ ਕਿਵੇਂ ਪੈਦਾ ਹੋਈਆਂ, ਜਿਹਨੇ ਜਪਜੀ ਸਾਹਿਬ ਪੜ੍ਹਿਆ ਉਹਨੂੰ ਪਤਾ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਇਹ ਹੁਕਮ ਦੁਆਰਾ ਆਕਾਰ ਬਣੇ ਨੇ। ਉਹਦੀ ਮਰਜ਼ੀ ਹੈ ਉਹ ਆਕਾਰ ਬਣਾ ਦੇਵੇ, ਉਹਦੀ ਮਰਜ਼ੀ ਆਕਾਰ ਢਾਹ ਦੇਵੇ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੈਵੇ ਤੇ ਕਿਸੇ ਦੀ ਸਲਾਹ ਨਹੀਂ ਲੈਂਦਾ। ਜੇ ਸਲਾਹ ਲੈਂਦਾ ਹੁੰਦਾ ਤਾਂ ਗੁਆਂਢੀ ਭੁੱਖੇ ਮਰ ਜਾਣੇ ਸਨ। ਜੇਕਰ ਪੁੱਛਿਆ ਨਾ ਜਾਂਦਾ ਨਾ ਤੇਰੇ ਗੁਆਂਢੀ ਨੂੰ ਦੇ ਦੇਵਾਂ ਕੁਛ, ਤੇ ਉਹਨੇ ਕਹਿਣਾ ਨਾ ਨਾ ਸਭ ਕੁਛ ਇੱਧਰ ਆਉਣਾ ਚਾਹੀਦਾ, ਗੁਆਂਢੀ ਅੱਲੇ ਨਹੀਂ ਕੁਛ ਜਾਣਾ ਚਾਹੀਦਾ। ਤੇ ਸਾਹਿਬ ਕਹਿੰਦੇ ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੈਵੇ। ਨਾ ਕਿਸੇ ਨੂੰ ਪੁੱਛ ਕੇ ਲੈਂਦਾ, ਨਾ ਕਿਸੇ ਨੂੰ ਪੁੱਛ ਕੇ ਦਿੰਦਾ, ਨਾ ਕਿਸੇ ਨੂੰ ਪੁੱਛ ਕੇ ਸਾਜਦਾ, ਨਾ ਕਿਸੇ ਨੂੰ ਪੁੱਛ ਕੇ ਢਾਉਂਦਾ ਹੈ। ਉਹ ਆਪ ਹੀ ਸਾਰੇ ਆਕਾਰ, ਜਿੰਨੀਆਂ ਵੀ ਸ਼ਕਲਾਂ ਨੇ, ਜਿੰਨੇ ਵੀ ਢਾਂਚੇ ਨੇ, ਸਾਡੇ ਸਰੀਰ ਦਾ ਆਕਾਰ ਹੈ। ਜਾਨਵਰਾਂ ਦੇ, ਪਸ਼ੂ ਪੰਛੀਆਂ ਦੇ ਸਰੀਰਾਂ ਦੇ ਵੱਖਰੇ ਵੱਖਰੇ ਆਕਾਰ ਹਨ। ਸੋ ਸਾਹਿਬ ਕਹਿੰਦੇ ਜਿਨ ਕੀਆ ਆਕਾਰ, ਇਹ ਸਾਰਾ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਆਕਾਰ, ਇਹ ਸ਼ਕਲਾਂ, ਇਹ ਸ੍ਰਿਸ਼ਟੀ, ਇਹ ਰਚਨਾ, ਇਹ ਸਾਰਾ ਕੁਛ ਇੱਕੇ ਉਸ ਅਕਾਲ ਪੁਰਖ ਨੇ ਪੈਦਾ ਕੀਤਾ। ਉਹੀ ਕਾਰਨ ਹੈ ਤੇ ਉਹੀ ਕਾਰਨ ਹੈ। ਉਪਾਦਾਨ ਕਾਰਨ ਵੀ ਉਹੀ ਤੇ ਨਿਮਿਤ ਕਾਰਨ ਵੀ ਉਹੀ ਹੈ। ਫਿਰ ਕੀ ਕਰਨਾ ਚਾਹੀਦਾ ਹੈ? ਤੇ ਸਾਹਿਬ ਕਹਿੰਦੇ ਭਾਈ ਆਹ ਕੰਮ ਕਰਨ ਵਾਲਾ ਇਹ ਕਰੋ। ਉਹ ਕਿਹੜਾ ਹੈ? ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰ। ਤਿਸਹਿ ਦਾ ਅਰਥ ਹੈ ਉਸ ਨੂੰ। ਧਿਆਵੋ ਕਹਿੰਦੇ ਯਾਦ ਕਰੋ, ਚੇਤੇ ਕਰੋ। ਮਨ ਮੇਰੇ, ਹੇ ਮੇਰੇ ਮਨ, ਹੇ ਮੇਰੇ ਮਨਾ, ਹੇ ਭਾਈ, ਹੇ ਭੈਣੋ ਭਰਾਵੋ, ਤਿਸੇ ਧਿਆਵੋ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਵੋ, ਯਾਦ ਕਰੋ, ਚੇਤੇ ਕਰੋ, ਜਿਹੜਾ ਸਰਬ ਕੋ ਆਧਾਰ, ਸਰਬ ਸਾਰਿਆਂ ਕੋ ਦਾ ਆਧਾਰ ਹੁੰਦਾ ਆਸਰਾ। ਜਿਹੜਾ ਸਾਰਿਆਂ ਦਾ ਆਧਾਰ ਆਸਰਾ ਰੂਪ ਹੈ, ਸਹਾਰਾ ਰੂਪ ਹੈ, ਟੇਕ ਰੂਪ ਹੈ। ਉਹ ਅਕਾਲ ਪੁਰਖ ਪਰਮੇਸ਼ਰ ਸਾਹਿਬ ਕਹਿੰਦੇ ਉਹਨੂੰ ਧਿਆਉਣਾ ਕਰੋ, ਉਹਦਾ ਨਾਮ ਚੇਤੇ ਕਰੋ, ਉਹਦਾ ਚਿੰਤਨ ਕਰੋ। ਉਹਦਾ ਚਿੰਤਨ ਕੀਤਾ ਕਿਵੇਂ ਜਾ ਸਕਦਾ ਹੈ? ਅੱਗੇ ਰਹਾਉ ਵਾਲੇ ਬੰਦ ਵਿੱਚ ਇਹ ਸਾਰਾ ਭੇਦ ਖੋਲ੍ਹਿਆ ਹੈ। ਗੁਰ ਕੇ ਚਰਨ ਮਨ ਮਹਿ ਧਿਆਏ। ਗੁਰੂ ਦੇ ਚਰਨ, ਗੁਰੂ ਦੇ ਕੋਲੋਂ ਨਾਮ ਮਿਲਦਾ ਹੈ ਤੇ ਨਾਮ ਰੂਪੀ ਸਤਿਗੁਰੂ ਦੇ ਚਰਨ ਹਨ। ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਧਿਓ ਪਾਲ। ਗੁਰੂ ਦੇ ਚਰਨਾਂ ਨੂੰ ਧਿਆਉਣ ਨਾਲ ਕੀ ਹੁੰਦਾ ਹੈ? ਸੋਠ ਰਾਗ ਵਿੱਚ ਪੜ੍ਹ ਕੇ ਕਦੀ ਵੇਖਣਾ, ਗੁਰ ਕੇ ਚਰਨ ਜੀ ਕਾ ਨਿਸਤਾਰਾ। ਧਨਾਸਰੀ ਰਾਗ ਵਿੱਚ ਵੀ ਇਹ ਬਚਨ ਆਉਂਦਾ, ਗੁਰ ਕੇ ਚਰਨ ਜੀ ਕਾ ਨਿਸਤਾਰਾ। ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ। ਕੋਈ ਹੋਆ ਕਰਮ ਰਤ, ਕੋਈ ਤੀਰਥ ਨਹਾਇਆ, ਦਾਸੀ ਹਰਿ ਕਾ ਨਾਮ ਧਿਆਇਆ। ਕੋਈ ਕੁਛ ਕਰਦਾ ਫਿਰਦਾ, ਕੋਈ ਕੁਛ, ਤੇਰਾ ਵਾਹਿਗੁਰੂ, ਗੁਰੂ ਦੇ ਦਾਸਾਂ ਨੇ ਹਰੀ ਦਾ ਨਾਮ ਧਿਆਇਆ ਹੈ।
ਸਗਲ ਘਟਾ ਕਾ ਅੰਤਰਜਾਮੀ, ਜੋ ਸਾਰਿਆਂ ਦੀ ਹਿਰਦੇ ਤੇ ਜਾਣਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸਾਹਿਬ ਕਹਿੰਦੇ ਉਹਦਾ ਸਰਗੁਣ ਸਰੂਪ ਸਤਿਗੁਰੂ ਹੈ। ਗੁਰ ਕੇ ਚਰਨ ਮਨ ਮਹਿ ਧਿਆਏ, ਗੁਰੂ ਦੇ ਚਰਨਾਂ ਨੂੰ, ਨਾਮ ਰੂਪੀ ਚਰਨਾਂ ਨੂੰ ਮਨ ਮਹਿ, ਮਨ ਦੇ ਮਹਿ ਵਿੱਚ ਧਿਆਏ, ਧਿਆਉਣਾ ਕਰੋ। ਤੇ ਜਿਨ੍ਹਾਂ ਧਿਆਇਆ ਨਾ ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਉਹਦਾ ਕੋਈ ਅੰਤ ਨਹੀਂ ਪਾ ਸਕਿਆ। ਹਾਂ, ਧਿਆਉਣ ਵਾਲਿਆਂ ਨੇ ਸਦਾ ਸੁਖ ਪਾਇਆ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਸੋ ਐਸਾ ਜੋ ਅਕਾਲ ਪੁਰਖ ਪਰਮੇਸ਼ਰ ਹੈ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਭਾਈ ਸਤਿਗੁਰੂ ਦੇ ਚਰਨਾਂ ਦੁਆਰਾ ਉਸ ਨੂੰ ਮਨ ਵਿੱਚ ਵਸਾ ਧਿਆਉਣਾ ਕਰ। ਇਹਦੇ ਵਾਸਤੇ ਕੁਛ ਛੱਡਣਾ ਵੀ ਜ਼ਰੂਰੀ, ਪਰਹੇਜ਼ ਰੱਖਣਾ ਵੀ ਜ਼ਰੂਰੀ ਹੈ। ਦਵਾਈ ਖਾਣੀ ਹੈ ਤੇ ਪਰਹੇਜ਼ ਚਾਹੀਦਾ ਹੈ। ਉਹ ਕਿਹੜਾ ਹੈ? ਸਾਹਿਬ ਕਹਿ ਰਹੇ ਨੇ, ਛੋੜ ਸਗਲ ਸਿਆਣਪਾ, ਸਾਚ ਸ਼ਬਦ ਲਿਵ ਲਾਇ। ਆ ਜਿਹੜੀਆਂ ਸਿਆਣਪਾਂ ਨਾ, ਜਿਹੜੀਆਂ ਦੁਨਿਆਵੀ ਅਕਲਾਂ, ਹੁਜਤਾਂ, ਤਰਕਾਂ ਤੇ ਕੁਤਰਕਾਂ ਸਾਰੀਆਂ ਛੱਡ ਦੇ। ਪਿੱਛੇ ਇੱਕ ਸ਼ਬਦ ਆਇਆ ਸੀ, ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣਪਾ, ਗੁਰ ਕੀ ਪੈਰੀ ਪਾਹੇ। ਹੈ ਮੇਰੇ ਮਨਾ, ਕਰਤਾ ਪੁਰਖ ਅਕਾਲ ਪੁਰਖ ਨੂੰ ਸਲਾਹਿਆ ਕਰ, ਉਹਦੀ ਸਿਫਤ ਕਰ। ਉਹਦੀ ਸਿਫਤ ਵਾਸਤੇ ਸਭੇ ਛੱਡ ਸਿਆਣਪਾਂ, ਆਪਣੀਆਂ ਅਕਲਾਂ ਪਿੱਛੇ ਰੱਖ ਲੈ। ਫਿਰ ਕੀ ਕਰ? ਗੁਰ ਕੀ ਮੱਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਲੈ, ਗੁਰੂ ਦੀ ਮੱਤ ਧਾਰਨ ਕਰ ਲੈ। ਸਭੇ ਛੱਡ ਸਿਆਣਪਾਂ, ਗੁਰ ਕੀ ਪੈਰੀ ਪਾਏ। ਗੁਰੂ ਦੇ ਚਰਨਾਂ ਵਿੱਚ ਪੈ ਜਾਣਾ ਕਰ। ਸਿਆਣਪਾਂ ਕਿਉਂ ਛੱਡਣੀਆਂ ਨੇ? ਸਾਹਿਬ ਕਹਿੰਦੇ, ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈਐ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ। ਇਹ ਤੇਰੀਆਂ ਸਿਆਣਪਾਂ ਕਿਤੇ ਕੰਮ ਆਉਣ ਵਾਲੀਆਂ ਨਹੀਂ। ਗੁਰੂ ਨਾਨਕ ਦੇ ਪਾਤਸ਼ਾਹ ਦਾ ਬਚਨ ਪਿੱਛੇ ਆ ਚੁੱਕਾ ਹੈ, ਜਿਸ ਦੇ ਵਿੱਚ ਲੱਖ ਸਿਆਣਪ ਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧਨਾ ਧਰਾਪੀਆ, ਬਿਨ ਨਾਵੇ ਦੁਖ ਸੰਤਾਪ। ਬੰਦੇ ਤੂੰ ਲੱਖਾਂ ਸਿਆਣਪਾਂ ਕਰ ਲੈ, ਲੱਖ ਸਿਆਣਪ ਜੇ ਕਰੀ। ਜੇਕਰ ਮੈਂ ਲੱਖਾਂ ਸਿਆਣਪਾਂ ਧਾਰਨ ਕਰ ਲਵਾਂ, ਲੱਖਾਂ ਸਿਆਣਪਾਂ ਕਰ ਲਵਾਂ। ਸਾਨੂੰ ਕਹਿ ਰਹੇ ਨੇ ਕਿ ਭਾਈ ਜੇਕਰ ਤੁਸੀਂ ਲੱਖਾਂ ਸਿਆਣਪਾਂ, ਅਕਲਾਂ, ਹੁਜਤਾਂ, ਤਰਕਾਂ ਵਰਤ ਲਵੋ, ਲੱਖ ਸਿਉ ਪ੍ਰੀਤ ਮਿਲਾਪ, ਲੱਖਾਂ ਬੰਦਿਆਂ ਨਾਲ ਪ੍ਰੇਮ ਪਾ ਲਓ, ਲੱਖਾਂ ਨਾਲ ਮੇਲ ਮਿਲਾਪ ਕਰ ਲਓ। ਬਿਨ ਸੰਗਤ ਸਾਧ ਨਾ ਧਰਾਪੀਆ, ਬਿਨਾ ਸਾਧੂ ਸਤਿਗੁਰੂ ਦੀ ਸੰਗਤ ਤੋਂ ਤੁਹਾਡੇ ਜੀਵਨ 'ਚ ਰੱਜ ਨਹੀਂ ਦੇ ਆਉਣਾ, ਤ੍ਰਿਪਤੀ ਨਹੀਂ ਆਉਣੀ, ਸੰਤੋਖ ਨਹੀਂ ਆਉਣਾ। ਬਿਨ ਨਾਵੇ ਦੁਖ ਸੰਤਾਪ, ਬਿਨਾ ਨਾਮ ਸਿਮਰਨ ਭਜਨ ਬੰਦਗੀ ਤੋਂ ਦੁੱਖ ਤੇ ਸੰਤਾਪ ਹੀ ਝੱਲਣਾ ਪਵੇਗਾ। ਇਸ ਵਾਸਤੇ ਸਾਹਿਬ ਕਹਿ ਰਹੇ ਨੇ, ਛੋੜ ਸਗਲ ਸਿਆਣਪਾ, ਸਾਰੀਆਂ ਸਿਆਣਪਾਂ ਭਾਈ ਛੱਡ ਦੇ। ਕੀ ਕਰਨਾ? ਕਰੋ ਸਾਚ ਸ਼ਬਦ ਲਿਵ ਲਾਇ, ਸੱਚੇ ਸ਼ਬਦ ਦੇ ਨਾਲ, ਗੁਰੂ ਦੇ ਉਪਦੇਸ਼ ਨਾਲ ਆਪਣੀ ਲਿਵ ਬਿਰਤੀ ਲਾ ਲੈਣਾ ਕਰੋ, ਜੋੜ ਲੈਣਾ ਕਰੋ। ਬਿਰਤੀ ਕਿਸੇ ਸਮੇਂ ਜੁੜੀ ਸੀ, ਮਾਂ ਦੇ ਗਰਭ ਵਿੱਚ ਜਦੋਂ ਸੀ ਜੁੜੀ ਸੀ, ਜਨਮ ਲੈਣ ਦੇ ਆਰ ਪਾਰ ਸੀ, ਉਦੋਂ ਤੱਕ ਜੁੜੀ ਸੀ। ਪਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ। ਲਿਵ ਟੁੱਟ ਗਈ ਹੈ। ਸੋ ਮਾਤਾ ਦੇ ਗਰਭ ਸਥਾਨ 'ਚ ਸਾਹਿਬ ਕਹਿੰਦੇ ਲਿਵ ਜੁੜੀ ਸੀ। ਹੁਣ ਬੰਦਾ ਲਿਵ ਗਵਾ ਬੈਠਾ ਹੈ ਤੇ ਲਿਵ ਗਵਾਚਨ ਕਰਕੇ ਬੰਦਾ ਦੁਖੀ ਹੈ। ਸਾਹਿਬ ਕਹਿੰਦੇ ਭਾਈ ਲਿਵ ਲਾ ਲਓ, ਸੁਰਤ ਜੋੜ ਲਓ ਮਾਲਕ ਦੇ ਸ਼ਬਦ ਵਿੱਚ, ਸਿਮਰਨ ਵਿੱਚ, ਉਪਦੇਸ਼ ਵਿੱਚ। ਰਹਾਉ ਦੁੱਖ ਕਲੇਸ਼ ਨ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਉਹਨਾਂ ਜੀਵਾਂ ਨੂੰ ਦੁੱਖ, ਕਲੇਸ਼ ਤੇ ਭਉ, ਤਿੰਨ ਚੀਜ਼ਾਂ ਦਾ ਸਾਹਿਬ ਇੱਥੇ ਜ਼ਿਕਰ ਕੀਤਾ ਹੈ। ਦੁੱਖ, ਜੰਮਣ ਤੇ ਮਰਨ ਦਾ ਦੁੱਖ ਕੋਈ ਛੋਟਾ ਦੁੱਖ ਨਹੀਂ ਹੈ। ਜੰਮਣ ਮਰਨ ਵੱਡਾ ਵਿਛੋੜਾ, ਵਿਛੋੜਾ ਬੜਾ ਵੱਡਾ ਦੁੱਖ ਹੁੰਦਾ ਹੈ। ਜੰਮਣ ਮਰਨ ਵੱਡਾ ਵਿਛੋੜਾ ਹੈ। ਕਲੇਸ਼, ਕਲੇਸ਼ ਦਾ ਅਖਰੀ ਅਰਥ ਹੁੰਦਾ ਸੰਤਾਪ, ਝਗੜਾ, ਮਾਨਸਿਕ ਰੋਗ ਹੈ ਕਲੇਸ਼। ਇਹ 5 ਤਰ੍ਹਾਂ ਦੇ ਲਿਖੇ ਗ੍ਰੰਥਾਂ ਵਿੱਚ, ਅਵਿਦਿਆ, ਅਸਮਤਾ, ਰਾਗ, ਦਵੈਸ਼, ਅਭਿਨਵੇਸ਼, ਇਹ 5 ਨੇ। ਅਵਿਦਿਆ ਕੀ ਹੈ? ਅਵਿਦਿਆ ਦਾ ਅਰਥ ਹੁੰਦਾ ਹੈ ਉਲਟੀ ਸਮਝ ਰੱਖਣੀ। ਜੋ ਗੱਲ ਕਹੀ ਜਾ ਰਹੀ ਨਾ, ਉਲਟੋਂ ਉਲਟ ਸਮਝ ਰੱਖਣੀ।
ਹੁਣ ਕਈ ਬੋਲੇ ਹੁੰਦੇ, ਦੱਸਿਆ ਕੁਛ ਜਾ ਰਿਹਾ ਹੁੰਦਾ, ਉਹ ਸਮਝਦੇ ਕੁਛ ਨੇ। ਕਿਹਾ ਕੁਛ ਜਾ ਰਿਹਾ ਹੈ, ਸਮਝਿਆ ਕੁਛ ਜਾ ਰਿਹਾ ਹੈ। ਇਹਨੂੰ ਅਵਿਦਿਆ ਕਹਿੰਦੇ, ਅਗਿਆਨ ਕਹਿੰਦੇ। ਅਵਿਦਿਆ ਉਲਟੀ ਸਮਝ ਰੱਖਣੀ, ਸਹੀ ਗੱਲ ਨੂੰ ਨਾ ਸਮਝਣਾ। ਅਸਮਤਾ ਦੂਸਰਾ ਕਲੇਸ਼ ਹੈ। ਅਸਮਤਾ ਕੀ ਹੁੰਦੀ ਹੈ? ਆਪਣੇ ਸਰੀਰ ਤੋਂ ਲੈ ਕੇ ਧਨ ਪਦਾਰਥ, ਜ਼ਮੀਨ ਜਾਇਦਾਦ, ਰਿਸ਼ਤੇਦਾਰ ਸੰਬੰਧੀ, ਇਹਨਾਂ 'ਚ ਅਹੰ ਭਾਵ ਹੋਣਾ। ਅਹੰ ਭਾਵ ਹੁੰਦਾ ਹੰਕਾਰ, ਹੰਗਤਾ, ਮਮਤਾ ਤੇ ਮੇਰ ਤੇਰ ਦਾ ਭਾਵ ਹੋਣਾ। ਇਹਨੂੰ ਅਸਮਤਾ ਕਹਿੰਦੇ ਨੇ ਵਿਦਵਾਨ। ਤੀਜਾ ਹੈਗਾ ਹੈ ਰਾਗ। ਰਾਗ ਦਾ ਅਰਥ ਹੁੰਦਾ ਮੋਹ, ਪਦਾਰਥਾਂ ਨਾਲ ਮੋਹ ਹੋਣਾ, ਪਕੜ ਹੋਣੀ। ਚੌਥਾ ਹੈਗਾ ਹੈ ਦਵੈਸ਼। ਦਵੈਸ਼ ਕਹਿੰਦੇ ਨੇ ਨਫ਼ਰਤ ਨੂੰ, ਈਰਖਾ ਨੂੰ, ਵੈਰ ਤੇ ਵਿਰੋਧ ਨੂੰ। ਪੰਜਵਾਂ ਹੈਗਾ ਹੈ ਅਭਿਨਵੇਸ਼। ਅਭਿਨਵੇਸ਼ ਕੀ ਹੈ ਕਿ ਜਿਹੜਾ ਕੰਮ ਕਰਨ ਦੀ ਸ਼ਾਸਤਰ, ਸਤਿਗੁਰੂ, ਮਹਾਂਪੁਰਖ ਆਗਿਆ ਨਹੀਂ ਦਿੰਦੇ, ਹੱਠ ਦੇ ਨਾਲ, ਜਿੱਦ ਦੇ ਨਾਲ ਮਨ ਉਹਦੇ ਵਿੱਚ ਜੋੜਨਾ, ਜਾਣ ਬੁੱਝ ਕੇ ਉਹ ਕੰਮ ਕਰਨਾ, ਮੌਤ ਦੇ ਭਏ ਤੋਂ ਡਰਨਾ। ਇਹ ਦੋ ਕਾਰਨ ਨੇ ਅਭਿਨਵੇਸ਼ ਦੇ। ਇੱਕ ਹੱਠ ਕਰਕੇ ਨਾ ਕਰਨ ਜੋ ਕਰਮਾਂ ਦੇ ਵਿੱਚ ਮਨ ਲਾਉਣਾ, ਤੇ ਦੂਸਰਾ ਹੈਗਾ ਹੈ ਮੌਤ ਦੇ ਭਏ ਤੋਂ ਡਰਨਾ, ਮਰਨ ਤੋਂ ਡਰਨਾ। ਇਹ ਦੋ ਔਗਣ ਮੰਨੇ ਨੇ ਅਭਿਨਵੇਸ਼ ਕਲੇਸ਼ ਦੇ। ਇਹ ਪੰਜ ਕਲੇਸ਼ ਨੇ। ਨਾ ਭਉ ਵਿਆਪੇ। ਭਉ 7 ਤਰ੍ਹਾਂ ਦਾ ਲਿਖਿਆ ਹੈ। ਯਹ ਭੈ, ਪਰਲੋਕ ਭੈ, ਜਨਮ ਵੇਦਨਾ ਜਾਤ। ਜਨਮ ਦੀ ਪੀੜਾ ਦਾ ਵੀ ਬੜਾ ਭਿਆਨਕ ਭਉ ਡਰ ਮੰਨਿਆ ਹੈ। ਔਰ ਇਸੇ ਤਰ੍ਹਾਂ ਹੀ ਅਕਸਮਾਤਰ ਪੈ ਸਾਤ। ਅਕਸਮਾਤਰ ਅਚਾਨਕ ਕਰੀ ਮਨ 'ਚ ਡਰ ਪੈਦਾ ਹੋ ਜਾਣਾ ਕਿਸੇ ਖੜਾਕ ਤੋਂ ਜਾਂ ਕਿਸੇ ਹੋਰ ਕਾਰਨ, ਇਹ ਵੀ ਇੱਕ ਪ੍ਰਕਾਰ ਦਾ ਭੈ ਹੀ ਹੈ। ਸੋ ਇਹ ਕਈ ਤਰ੍ਹਾਂ ਦੇ ਡਰ ਨੇ। ਡਰ ਤਾਂ ਪਤਾ ਨਹੀਂ ਕਿੰਨੀ ਕੁ ਤਰ੍ਹਾਂ ਦੇ ਵਿਦਵਾਨ 7 ਤਰ੍ਹਾਂ ਦੇ ਡਰ ਮੰਨਦੇ ਹਨ। ਐਸ ਲੋਕ ਦਾ ਡਰ, ਪਰਲੋਕ ਦਾ ਡਰ, ਜਨਮ ਦਾ ਡਰ, ਪੀੜਾ ਦਾ ਡਰ, ਬੜੇ ਤਰ੍ਹਾਂ ਦੇ ਡਰ ਨੇ। ਸਾਹਿਬ ਕਹਿੰਦੇ ਜਿਹੜਾ ਭਉ ਹੈ ਨਾ ਭਉ ਵਿਆਪੇ। ਕਿਸੇ ਤਰ੍ਹਾਂ ਦਾ ਡਰ ਵਿਆਪਦਾ ਨਹੀਂ, ਪ੍ਰਭਾਵਿਤ ਨਹੀਂ ਕਰਦਾ। ਕਦੋਂ? ਗੁਰ ਮੰਤਰ ਹਿਰਦੇ ਹੋਏ। ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦਾ ਮੰਤਰ ਵਸਿਆ ਹੋਵੇ। ਗੁਰੂ ਦਾ ਮੰਤਰ ਵਾਹਿਗੁਰੂ ਮੰਤਰ ਹੈ। ਤੇ ਸਾਹਿਬ ਕਹਿੰਦੇ ਉਠਦ ਬੈਠ ਸੋਤ ਜਾਗਤ ਗੁਰ ਮੰਤਰੜਾ ਚਿਤਾਰ। ਉੱਠਦਿਆਂ, ਬਹਿੰਦਿਆਂ, ਸੁੱਤਿਆਂ, ਜਾਗਦਿਆਂ, ਸਫ਼ਰ ਕਰਦਿਆਂ, ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਗੁਰੂ ਦਾ ਸ਼ਬਦ ਗਾਈਏ, ਗੁਰੂ ਦਾ ਮੰਤਰ ਯਾਦ ਰੱਖੀਏ। ਜਿਹੜੇ ਮੰਤਰ ਯਾਦ ਨਹੀਂ ਨਾ ਰੱਖਦੇ, ਗੁਰ ਮੰਤਰ ਹੀਨਸ ਜੋ ਪ੍ਰਾਣੀ ਧ੍ਰਿਗ ਜਨਮ ਭ੍ਰਿਸ਼ਟ ਨੈ। ਉਹਨਾਂ ਦਾ ਜਨਮ ਧ੍ਰਿਗ ਹੈ, ਭ੍ਰਿਸ਼ਟ ਹੈ। ਉਹ ਕੁਕਰੇ ਸੁਕਰੇ ਕਾਕੇ ਸਰਪਣੇ ਤੁਲ ਖਲੇ। ਇਹਨਾਂ ਨੀਵੀਆਂ ਜੂਨਾਂ ਦੇ 'ਚ ਪੈ ਕੇ ਦੁੱਖ ਭੋਗਦੇ ਹਨ। ਸੋ ਸਾਹਿਬ ਕਹਿ ਰਹੇ ਨੇ ਭਾਈ ਗੁਰ ਮੰਤਰ ਹਿਰਦੇ ਹੋਏ। ਗੁਰੂ ਦਾ ਮੰਤਰ ਉਪਦੇਸ਼ ਸਿੱਖਿਆ। ਮੰਤਰ ਦਾ ਅਰਥ ਸਲਾਹ ਵੀ ਹੁੰਦੀ ਹੈ, ਮੰਤਰ ਦਾ ਅਰਥ ਸਿੱਖਿਆ ਵੀ ਹੁੰਦੀ ਹੈ। ਪਰ ਇੱਥੇ ਹੈ ਗੁਰ ਮੰਤਰ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਕੀ ਕਿ ਭਾਈ ਨਾਮ ਜਪੋ। ਨਾਮ ਕਿਹੜਾ ਜਪਣਾ? ਵਾਹਿਗੁਰੂ ਮੰਤਰ ਹੈ। ਸੋ ਇਹ ਹਿਰਦੇ ਵਿੱਚ ਹੋਵੇ ਨਾ, ਸਾਹਿਬ ਕਹਿੰਦੇ ਫਿਰ ਨਾ ਤਾਂ ਦੁੱਖ ਲੱਗਦਾ, ਨਾ ਕਲੇਸ਼। ਸਰੀਰਕ ਤੇ ਮਾਨਸਿਕ ਦੁੱਖ ਤੇ ਭਉ ਇਹ ਨਹੀਂ ਵਿਆਪਦੇ। ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ। ਜਦੋਂ ਤੋਂ ਸਿੱਟੀ ਬਣੀਏ ਬੰਦਿਆਂ, ਕਰੋੜਾਂ ਨੇ ਕਰੋੜਾਂ ਯਤਨ ਕੀਤੇ ਕਿ ਸੰਸਾਰ ਸਾਗਰ ਤੋਂ ਤਰ ਜਾਈਏ, ਪਾਰ ਹੋ ਜਾਈਏ। ਨਦੀਆਂ ਤੋਂ, ਦਰਿਆਵਾਂ ਤੋਂ ਤਰਨ ਦੇ ਸਾਧਨ ਮਾਧਮ ਬਣਾਏ ਗਏ। ਕਿਸੇ ਬੇੜੀ ਬਣਾਈ, ਜਹਾਜ਼ ਬਣਾਇਆ, ਕਾਹਦੇ ਵਾਸਤੇ ਸੀ ਕਿ ਤਰ ਜਾਈਏ, ਡੁੱਬ ਨਾ ਜਾਈਏ। ਹੁਣ ਸੰਸਾਰ ਸਾਗਰ ਤੋਂ ਤਰਨ ਦਾ ਵਸੀਲਾ ਕਿਹੜਾ ਹੈ? ਗੁਰੂ ਬੋਹਤ, ਗੁਰੂ ਜਹਾਜ਼ ਹੈ। ਸਾਹਿਬ ਕਹਿ ਰਹੇ ਨੇ ਕੋਟ ਯਤਨਾ ਕਰ ਰਹੇ। ਲੱਖਾਂ ਬੰਦੇ ਕਰੋੜਾਂ ਯਤਨ ਕਰ ਕਰਕੇ ਰਹੇ, ਥੱਕ ਗਏ, ਹੰਬ ਹਾਰ ਗਏ। ਗੁਰ ਬਿਨ ਤਰਿਓ ਨਾ ਕੋਏ। ਗੁਰੂ ਤੋਂ ਬਿਨਾਂ ਸੰਸਾਰ ਸਾਗਰ ਭਵਜਨ ਨੂੰ ਅੱਜ ਤੱਕ ਕੋਈ ਨਹੀਂ ਤਰਿਆ, ਕੋਈ ਨਹੀਂ ਤਰ ਸਕਿਆ। ਤਾਂਹੀਏ ਥਾਂ ਥਾਂ ਤੇ ਸਾਹਿਬ ਬਾਣੀ 'ਚ ਗੁਰੂ ਦੀ ਵਡਿਆਈ ਕੀਤੀ, ਮਹਿਮਾ ਕੀਤੀ ਹੈ। ਗੁਰ ਬਿਨ ਸੁਰਤ ਨਾ ਸਿੱਧ, ਗੁਰ ਬਿਨ ਮੁਕਤ ਨਾ ਪਾਈਏ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮਿਟੈ ਦਾਤ।
इस वास्ते साहब कहते भाई गुरु तो बिना अज तक संसार सागर भवजो तो कोई तर नहीं सकिया। सतगुरु के उपदेश नूं धारण करो, गुरु की शरण विच आ जाओ। देख दर्शन मन साधारै, गुरु के दर्शनां विच बड़ी भारी बरकत है, बख्शिश है। साहब कहते गुरु का दीदार करदियां सारी मन के संकल्प विकल्प विचारां शांत हो जांदियां ने, मन टिक जाता है। सुधारे का अर्थ की हुंदा? साधार है, सहित आसरे दे टिक जाना, स्थिरता प्राप्त हो जानी। ताइए साहबां क्या दर्शन देख जीवा गुर तेरा, गुरु मैं तेरा दर्शन वेख के जिउंदा हाँ। ते तादी प्राप्त हो सकता जदों पूर्ण कर्म होए प्रभ मेरा, पूर्वला चंगा शुभ कर्म अगे आ जाए। सो सावन सरसी कामनी चरण कमल सो प्यार, मंत्र रत्ता सच रंग दर्शन रूप अपार। सो दे दर्शनां दा बड़ा भारी महात्म है। दर्शन करदियां जिथे मन टिक जांदा, पाप सगले जाहे, सारे पाप चले जाते हैं। महाभारत विच 10 पाप लिखे ने, बाइबल दे च 7 लिखे हैं, उपनिषदां दे विच 5-5 पापां दा जिक्र आउंदा है। गुरु ग्रंथ साहिब महाराज जी के अंदर भी अनेकां पाप साहिबां ने वर्णन किए हैं। 4 पाप तां इक्के थां ते साहिब गुरु अमरदास जी ने वर्णन किए ने। ब्राह्मण कैली घात कंजका, अनचारी का धान, फिटक फिटका कोड़ बदिया, सदा सदा अवमान, पाहे एते जाहे वीसर, नानका एक नाम। ये 4 पाप ने जिन्होंने बज्र पाप कहते हैं। सिख रहत मर्यादा अनुसार 4 बज्र पाप ने। केसां की बेअदबी हो जानी, तंबाकू का वरतों करनी, कुकर्म करना, और इसे तरह ही हलाल किया मांस खाना। ये 4 रहतनामे अनुसार पाप मन्ने हैं। सो सतगुरु पातशाह महाराज कहते पाप सगले जाहे, असंख्य पापी पाप कर जाहे। अनेका बंदे बेगिनत बंदे पाप करके पापां की कमाई लै करके जाते। बंदा पाप करता क्यों है? साहब कहते पाप बुरा है तो माड़ा, पर पापी को प्यारा, पाप लदे पापे पसारा। जदों बंदा पाप छड्डेगा ना, पर हर पाप पछाणे आप, उदों ही अपने आपे की पछाण हुंदी है। भाई पाप का त्याग करके अपने आपे की पछाण कर लै। गुरु का दीदार कीतियां सारे पाप धुप जाते हैं, चले जाते हैं। हौ तिन कै बलिहारन, जे गुर की पैरी पाहे। साहब कहते असीं उन्हां गुरमुखां तो सदा सदके बलिहार कुर्बान जाते हैं, जिहड़े गुरु के चरणों में पै जाते हैं। अपने आप को गुरु के चरणों की शरण में पाहे पा लेंदे ने। साध संगत मन वसै, साच हर का नाम। वाहिगुरु का सच्चा नाम मन में किवें वसदा है? साहब कहते साध संगत मन वसै। साधु सतगुरु की संगत विच आ करके नाम जपिया, मालक का नाम मन विच वस जाता है। जिहड़ा सच्चा नाम हरि का नाम है, साहब कहते साध संगत द्वारा ही मन विच वसदा है। तो जिन्हां दे मन विच वस गया ना, नानक जिनकै मन वसिया, मोख मुक्त तिन पा। नानक जिनकै हिरदे वसिया, मोख मुक्त तिन पाया। हिरदे का अर्थ भी मन ही है। जिन्हां दे मन विच वस गया ना, उन्होंने मुक्ति नूं मोक्ष नूं पा लिया। से वड भागी नानका, जिना मन एहो भाव। वड्डियां भागां वाला कौन है? धन गुरु अर्जन देव सच्चे पातशाह फरमा रहे ने, से वड भागी, वो वड्डियां भागां वाले गुरमुख हन। किहड़े? जिना मन एहो भाव, जिन्हां दे मन विच वाहिगुरु दा भाव दा अर्थ है प्रेम है। नाम जप करन दा, सिमरन करन दा प्रेम है। ताइए साहिबां कहा कि नानक जिन मन पाओ तिना मन पाओ। जिन्हां दे मनां विच वाहिगुरु दा भय वस गया, अदब वस गया, उन्हां दे मन च प्रेम पैदा हो गया। सो वो गुरमुख धनता दे जोग वड्डियां भागां वाले, जिन्हां दे हिरदे च वाहिगुरु दा नाम सतगुरु दी संगत द्वारा वस गया है। जिन्हां दे हिरदे विच मन च वाहिगुरु दा प्रेम प्यार प्रीत ते स्नेह मुहब्बत पैदा हो गई है। ये पावन उपदेश साहिबां ने बख्शिश कीता है।
ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਹੁਣ ਆਪ ਜੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜੋ ਸਤਿਗੁਰੂ ਸਾਹਿਬਾਨਾਂ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਸ਼ਾਸਤਰ ਹਨ, ਉਹਨਾਂ ਦੇ ਦਰਸ਼ਨ ਦੀਦਾਰ ਕਰਵਾਏ ਜਾਣਗੇ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਕਥਾ ਤੋਂ ਉਪਰੰਤ ਸਾਹਿਬਾਂ ਦੇ ਮਹਾਨ ਪਾਵਨ ਸ਼ਾਸਤਰਾਂ ਦੇ ਦਰਸ਼ਨ ਦੀਦਾਰ ਕਰਵਾਏ ਜਾਂਦੇ ਹਨ। ਪਾਵਨ ਸ਼ਾਸਤਰਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ। ਸੋ ਕੁਝ ਸਮੇਂ ਵਾਸਤੇ ਸ਼ਾਂਤੀ ਬਣਾ ਕੇ ਟਿਕ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਸ਼ਾਸਤਰਾਂ ਦੇ ਦਰਸ਼ਨ ਔਰ ਨਾਲ ਨਾਲ ਸ਼ਾਸਤਰਾਂ ਦੇ ਇਤਿਹਾਸ ਤੋਂ ਜਾਣੂ ਹੋ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਹੋਈ ਭੁੱਲ ਚੁੱਕ ਦੀ ਮੁਆਫੀ ਜੀ। ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ, ਸੇ ਵਡ ਭਾਗੀ ਨਾਨਕਾ ਜਿਨਾ ਮਨ ਇਹੋ ਪਾਉ।